ये तो उत्थे हिसाब किताब करांगे। फिर तो जहांगीर मुड़ तो मुड़ की हो गया होना बैठा शायद, इसे करके शहीद ने कहना है कि चंदू दियां मुश्कां बनो ते लै जाओ फड़ के। चंदू हवाले कर दिता सतगुरां दे। मेरे प्रीतम जी कहने जिहड़े झूठियां कसमां खांदे न, जिन्हां दे राज विच जनता दुखी हुंदी है, जिहड़े दुनिया दे कोलों राज लैण वास्ते झूठियां कसमां खा के अनेकां तर੍ਹਾਂ ਦੇ शब्द बाज विखा के संगतां नूं जनता नूं वोटां लैके फिर राजे बनते हैं, पर फिर तू कौन ते मैं कौन मुड़ के लभदे नहीं। गुरु प्यारो इन्हां नाल भी आही हाल हुंदा है, ये भी तां झूठियां कसमां ही पाउंदे फिरदे आ। सुनो नानक पीर जी आए रुकन दीना, आया मुहम्मद मुस्तफा साबित करन यकीना। फिर रुकन दीन ने अगली गल होर कीती, महाराज जो साडे मुहम्मद मुस्तफा सत्कारयोग मुहम्मद साहब दुनिया विच आए, वो साडे यकीन नूं साबित करन लई आए, मतलब साडा धर्म ते यकीन वध जावे, इसे वास्ते तां आए सन। साबित की तो सो दीन नौ पढ़ कर कलमा पाक, काफर साबित ना थिए विच आतश जलन न पाक। कहन लगे उस वेले फिर साडे मुहम्मद साहब ने साडी मुसलमानी मत दे लोकां नूं अपनी उम्मत नूं समझाउंदियां होइयां अपना पवित्र कलमा शब्द पढ़न वास्ते दिता है, ते साडे लोकां विच धर्म पक्का हो गया। पर काफर हिंदू लोग अपने धर्म च पक्के नहीं, वो अपने धर्म नूं पक्का नहीं कर सके, इस करके ओह अग विच सड़नगे। कहंदा काहूरा परियां पिसताए होयन ओह महरूमा, पौतन दोज कहावीए सुन सी ना बीन तरूमा। कहंदा सानू तां फिर पिष्टां दे विच स्वर्गां दे विच हूरां परियां मिलणगीਆਂ, ਇਹ ਵੀ ਉਹਨਾਂ ਵਿੱਚ ਵੀ ਇਲਾਜ ਸੀ ਉਹਨਾਂ ਦੇ ਪੁਜਾਰੀਆਂ ਦਾ ਦਿੱਤਾ ਹੋਇਆ, ਬਈ ਜਿਹੜਾ ਇੱਥੇ ਦਾਨ ਪੁੰਨ ਕਰੂਗਾ ਇਸਤਰੀਆਂ ਉੱਥੇ ਗਾਹਾਂ ਪਰੀਆਂ ਮਿਲਣਗੀਆਂ, ਹੂਰਾਂ ਮਿਲਣਗੀਆਂ। ਇਹ ਬੰਦੇ ਦਾ ਇੱਕ ਖਾਸ ਕਮਜ਼ੋਰੀ ਹੈ ਕਾਮ ਵਾਸ਼ਨਾ ਦੇ ਵਿਸ਼ੇ ਤੇ ਗੁਰੂ ਪਿਆਰੋ ਜਿਹੜੇ ਰਾਜੇ ਆਪਣੇ ਕੋਲੋਂ ਅਨੇਕਾਂ ਇਸਤਰੀਆਂ ਨੂੰ सोने नाल लद के मंदिरां विच दान करदे सी, ਉਹਦਾ ਕਾਰਨ ਵੀ ਇਹੀ ਸੀਗਾ ਕਿ ਉਹਨਾਂ ਲੋਕਾਂ ਨੇ ਸਬਜ਼ਵਾਗ ਵਿਖਾਏ ਹੋਏ ਸੀ ਮੰਦਿਰਾਂ ਦੇ ਪੁਜਾਰੀਆਂ ਨੇ ਰਾਜਿਆਂ ਨੂੰ। ਤੇ ਗੁਰੂ ਪਿਆਰੋ ਜਿਨ੍ਹਾਂ ਨੂੰ ਅਸੀਂ ਦਾਸੀਆਂ ਕਹਿੰਦੇ ਸੀ ਮੰਦਿਰਾਂ ਵਿੱਚ, ਜਿਨ੍ਹਾਂ ਨੂੰ ਮੰਦਿਰਾਂ ਵਿੱਚ ਚੜਾਇਆ ਜਾਂਦਾ ਸੀ ਦਾਸੀਆਂ ਦੇ ਰੂਪ 'ਚ, ਤਾਂ ਸਤਿਗੁਰਾਂ ਨੇ ਉਹ ਸਭ ਕੁਝ ਕੰਡਮ ਕਰ ਦਿੱਤਾ। ਜਿਸ ਤਰ੍ਹਾਂ ਇਹ ਵੀ ਕਿਹਾ ਕਿ ਸਤੀਆਂ ਇਹ ਨਾ ਆਖੀਆਂ ਜੋ ਮਣੀਆਂ ਲੱਗ ਜਲਨ, ਛੇਤੀ ਸਤੀਆਂ ਜਾਣੀਆਂ ਜੇ ਬਿਰਹ ਚੋਟ ਮਰਨ। ਸਤੀ ਉਹ ਆ ਜਿਹੜੀਆਂ ਜਾਂਦਾ ਵਿਰਾਗ ਦੇ ਵਿੱਚ ਆਪਣੀ ਜਾਨ ਨਿਕਲ ਜਾਵੇ ਉਹਨਾਂ ਦੀ ਨਾ ਬਚਣ, ਤੇ ਜਾਂ ਫਿਰ ਸੇਪੀ ਸਤੀਆਂ ਜਾਣੀਆਂ ਜਿਹੜੀਆਂ ਉਹ ਵੀ ਸਤੀਆਂ ਜਿਹੜੀਆਂ ਨਿਤ ਉੱਠ ਕੇ ਆਪਣੇ ਮਾਲਕ ਨੂੰ ਪਰਮੇਸ਼ਰ ਨੂੰ ਯਾਦ ਕਰਕੇ ਰਹਿੰਦਾ ਜੀਵਨ ਬਤੀਤ ਕਰਦੀਆਂ। ਪਰ ਉਹਨਾਂ ਸਮੇਂ 'ਚ ਕੀ ਹੁੰਦਾ ਸੀ, ਉਹਨਾਂ ਪੁਜਾਰੀ ਲੋਕਾਂ ਨੇ ਗੁਰੂ ਪਿਆਰਿਓ ਸੰਸਾਰ ਵਿੱਚ ਗੱਲ ਫੈਲਾਈ ਸੀ ਵੀ ਜੇ ਇਸਤਰੀ ਮਰ ਜਾਂਦੀ ਹੈ ਤੇ ਮਨੁੱਖ ਦੂਜਾ ਵਿਆਹ ਕਰਾ ਲਵੇ, ਦੂਜਾ ਕਰਾ ਲੇ, ਤੀਜਾ ਕਰਾ ਲੇ, ਭਾਵੇਂ ਚਾਰ ਕਰਾ ਲੇ, ਪਰ ਜੇ ਬੰਦਾ ਮਰ ਗਿਆ ਤੇ ਇਸਤਰੀ ਵਿਆਹ ਨਹੀਂ ਕਰਾ ਸਕਦੀ, ਉਹਨੂੰ ਆਪਣੇ ਮੁਰਦਾ ਪਤੀ ਨਾਲ ਸੜ ਜਾਣਾ ਚਾਹੀਦਾ ਹੈ। ਜੇ ਨਹੀਂ ਸੜਦੀ ਤਾਂ ਫਿਰ ਉਹਨੂੰ ਮੰਦਿਰ ਵਿੱਚ ਦਾਸੀ ਬਣ ਕੇ ਰਹਿਣਾ ਚਾਹੀਦਾ ਸਾਰੀ ਉਮਰ। ਕੋ ਸਤਨਾਮ ਗੁਰੂ ਪਿਆਰਿਓ ਜਿਹੜਾ ਆਪਣੇ ਇੱਕ ਸਿੱਖ ਹੋਇਆ, ਪਹਿਲਾਂ ਹਿੰਦੂ ਫਕੀਰ ਸੀ ਉਹ, ਜਿਸ ਨੇ ਸਾਹਿਬਜ਼ਾਦਿਆਂ ਦੀ ਜੋਗੀ ਅੱਲਾ ਯਾਰ ਖਾਂ, ਗੁਰੂ ਪਿਆਰਿਓ ਉਸਨੇ ਪਹਿਲਾਂ ਗ੍ਰੰਥ ਪੜ੍ਹੇ ਸਨ ਸਾਰੇ, ਉਹਨਾਂ ਦੇ ਵੇਦ ਪੜ੍ਹੇ, ਪੁਰਾਣ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਨੂੰ ਪੂਰਾ ਗਿਆਨ ਸੀਗਾ। ਤੇ ਫਿਰ ਜਦੋਂ ਉਸਨੇ ਹਰਿਮੰਦਰ ਸਾਹਿਬ ਜਾ ਕਰਕੇ ਗ੍ਰੰਥ ਸਾਹਿਬ ਦੀ ਬਾਣੀ ਸਰਵਣ ਕੀਤੀ, ਕੀਰਤਨ ਸਰਵਣ ਕੀਤਾ, ਫਿਰ ਰਿਸਰਚ ਕੀਤੀ, ਫਿਰ ਉਹ ਲਿਖੇ ਬਿਨਾਂ ਰਹਿ ਨਹੀਂ ਸਕਿਆ ਤੇ ਉਹਨੇ ਉਹਨਾਂ ਵੇਦਾਂ ਅਤੇ ਸਿਮਰਤੀਆਂ ਸ਼ਾਸਤਰਾਂ ਵਿੱਚ ਜੋ ਗਲਤ ਵਚਨ ਲਿਖੇ ਹੋਏ ਆ, ਜਿਨ੍ਹਾਂ ਦੇ ਸਾਨੂੰ ਉਹ ਤਾਂ ਸਮਝ ਨਹੀਂ ਆਉਂਦੇਗੇ, ਪਰ ਉਸਨੇ ਅਰਥ ਕਰਕੇ ਲਿਖ ਦਿੱਤੇ। ਕਿਤਾਬ ਛਾਪੀ ਆ ਸ਼੍ਰੋਮਣੀ ਕਮੇਟੀ ਨੇ, ਸ਼੍ਰੋਮਣੀ ਪੰਥ ਗੁਰੂ ਨਾਨਕ ਜੀ ਦਾ, ਗੁਰੂ ਗੋਬਿੰਦ ਸਿੰਘ ਦਾ ਪੰਥ ਤੇ ਸ਼੍ਰੋਮਣੀ ਗ੍ਰੰਥ ਗੁਰੂ ਗ੍ਰੰਥ ਸਾਹਿਬ, ਇਹ ਇੱਕ ਪੈਪਲੇਟ ਹੈ ਛਾਪਿਆ। ਉਹਦੇ ਵਿੱਚ ਉਹਨੇ ਉਹਨਾਂ ਵੇਦਾਂ ਦੇ ਵਿੱਚ ਜੋ ਤਰੁੱਟੀਆਂ ਸੀ, ਜੋ ਨੁਕਸ ਸੀ, ਜੋ ਗਲਤੀਆਂ ਸੀ, ਉਹ ਵੀ ਲਿਖੀਆਂ ਤੇ ਉਹਨੇ ਇੱਧਰ ਵੀ ਦੇਖਿਆ ਵੀ ਗੁਰਮਤ ਵਿੱਚ ਜਿਹੜੇ ਵਿਆਹ ਹੁੰਦੇ ਹਨ ਉਹਨਾਂ ਵਿੱਚ ਕਿੰਨਾ ਸਾਦਾਪਣ ਹੈ, ਤੇ ਜੇ ਉਹ ਬ੍ਰਾਹਮਣ ਵਿਆਹ ਕਰਾਉਂਦੇ ਸੀ ਤੇ ਉਹਨਾਂ ਦੇ ਵਿੱਚ ਕਿੰਨਾ ਲੋਕਾਂ ਨੂੰ ਸ਼ੋਸ਼ਣ ਕੀਤਾ ਜਾਂਦਾ, ਕਿੰਨਾ ਲੁੱਟਿਆ ਜਾਂਦਾ ਸੀ। ਉਹਨੇ ਦੋਨੇ ਚੀਜ਼ਾਂ ਬਰਾਬਰ ਉਹ ਕਿਤਾਬ 'ਚ ਲਿਖ ਦਿੱਤੀਆਂ ਸਾਡੇ ਗਿਆਨ ਵਾਸਤੇ। ਉਹ ਭਲਿਓ ਵੇਖੋ ਤੁਹਾਡਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਸਭ ਦਾ ਸਾਂਝਾ ਹੈ, ਇਹਦੇ ਵਿੱਚ ਕਿੰਨੀ ਪਾਵਰ ਹੈ।
ਪੜ੍ਹ ਕੇ ਦੇਖੋ ਕਿਤਾਬ ਸ਼੍ਰੋਮਣੀ ਪੰਥ, ਖਾਲਸਾ ਪੰਥ ਤੇ ਸ਼੍ਰੋਮਣੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਥੋਂ ਤੱਕ ਕਿ ਉਹ ਪਹਿਲਾਂ ਭੋਲ ਮੋਹਨ ਸੀਗਾ, ਪਰ ਆਖਰੀ ਜੀਵਨ ਦੇ ਵਿੱਚ ਉਹ ਸਾਬਤ ਸੂਰਤ ਹੋ ਕੇ ਅੰਮ੍ਰਿਤ ਛਕ ਕੇ ਜੀਵਨ ਛੱਡਿਆ ਉਸਨੇ। ਕੋ ਸਤਿਨਾਮ। ਔਰ ਉਸਨੇ ਸਾਡੇ ਬਾਰੇ ਇੰਨਾ ਕੁਝ ਲਿਖ ਦਿੱਤਾ, ਸ਼ਹੀਦਾਂ ਬਾਰੇ, ਸਾਹਿਬਜ਼ਾਦਿਆਂ ਬਾਰੇ, ਹੋਰ ਸ਼ਹੀਦਾਂ ਬਾਰੇ ਅਤੇ ਗ੍ਰੰਥ ਸਾਹਿਬ ਜੀ ਅਤੇ ਪੰਥ ਦੇ ਬਾਰੇ ਬਹੁਤ ਕੁਝ ਲਿਖਿਆ। ਸਾਨੂੰ ਸੋਚਣਾ ਚਾਹੀਦਾ ਸਾਡੇ ਪਾਤਸ਼ਾਹ ਜੀ ਨੇ ਚਲਾਏ ਹੋਏ ਇਸ ਪੰਥ ਵਿੱਚ ਕਿੰਨੀ ਤਾਕਤ ਹੈ, ਕਿੰਨੀ ਚੜ੍ਹਦੀ ਕਲਾ ਹੈ, ਪਰ ਫਿਰ ਵੀ ਸਾਡੇ ਨੌਜਵਾਨ ਵੀਰ ਜਿਹੜੇ ਹਨ ਘੋਣ ਮੋਣ ਹੋ ਕੇ ਗੁਰੂ ਤੋਂ ਮੁਨੱਕਰ ਹੋ ਰਹੇ ਆ। ਹੁਣ ਤੁਸੀਂ ਕਹੋਗੇ ਮੱਥਾ ਤਾਂ ਟੇਕਦੇ ਆ, ਮੱਥਾ ਟੇਕਣ ਨਾਲ ਗੱਲ ਨਹੀਂ ਬਣਨੀ। ਸੋ ਸਿੱਖ ਸਖਾ ਬੰਦ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਜੇ ਅਸੀਂ ਗੁਰੂ ਦੀ ਗੱਲ ਵੀ ਮੰਨੀਏ ਜੋ ਸਤਿਗੁਰੂ ਚਾਹੁੰਦਾ ਹੈ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਸੋ ਸਹਿਮ ਮੈਂ ਤਿਸਕਾ ਤੇਰਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਇੱਥੇ ਵੀ ਕਹਿਤਾ ਪਾਤਸ਼ਾਹ ਨੇ, ਕਿਉਂ ਜਿਹੜਾ ਰਹਿਤ ਵਿੱਚ ਆ ਗਿਆ ਉਹ ਸਿੰਘ ਬਣ ਗਿਆ। ਜੇ ਤੁਸੀਂ ਕਹੋ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਤੇ ਗੁਰੂ ਨਾਨਕ ਹੀ ਤਾਂ 10ਵੇਂ ਜਾਮੇ 'ਚ ਕਹਿ ਰਿਹਾ ਕਿ ਆ ਜਾ ਹੁਣ ਤੂੰ ਸਾਬਤ ਸੂਰਤ ਹੋ ਕੇ ਇੱਕ ਨਿਆਰੇਪਨ ਨੂੰ ਧਾਰਨ ਕਰ ਲੈ ਸਿੱਖਾ, ਤੂੰ ਸਿੰਘ ਸੱਜ। ਸਾਨੂੰ ਸੋਚਣਾ ਚਾਹੀਦਾ ਇਸ ਵਿਸ਼ੇ ਤੇ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਰੁਕਨਦੀਨ ਕਹਿ ਰਿਹਾ, ਦੇਖੋ ਸਾਡੇ ਜਿਹੜੇ ਮੁਸਲਮਾਨ ਹੈ ਉਹਨਾਂ ਨੂੰ ਤਾਂ ਭਿਸ਼ਟਾਂ ਵਿੱਚ ਹੂਰਾਂ ਪਰੀਆਂ ਮਿਲਣਗੀਆਂ, ਪਰ ਇਹ ਕਾਫਰ ਜਿਹੜੇ ਹਨ ਇਹਨਾਂ ਨੂੰ ਅੱਗਾਂ ਵਿੱਚ ਸਾੜਿਆ ਜਾਊਗਾ। ਮੁਸਲਮਾਨੀ ਪਾਕ ਹੈ ਪੜ੍ਹਨ ਕਤੀਬ ਕੁਰਾਨ, ਕਰਮ ਨਮਾਜ਼ਾਂ ਰੋਜੜੇ ਦੋਜਕ ਤਿਨਾ ਹਰਾਮ। ਕਹਿੰਦੇ ਜਿਹੜੇ ਕਾਫਰ ਹਨ ਪੌਸਣ ਦੋਜਕ ਹਾਵੀਏ, ਸੁਣ ਸੀ ਨਬੀ ਨਾ ਧਰੂਮ, ਨਾ ਉਹਨਾਂ ਨੂੰ ਨਬੀ ਉਹਨਾਂ ਦਾ ਗੁਰੂ ਬਚਾਵੇਗਾ, ਨਾ ਉਹਨਾਂ ਦਾ ਧਰਮ ਬਚਾਵੇਗਾ। ਸਾਡੀ ਮੁਸਲਮਾਨੀ ਮੱਤ ਬੜੀ ਪਵਿੱਤਰ ਹੈ। ਜਿਹੜੇ ਕਤੇਬ ਕੁਰਾਨ ਪੜ੍ਹਦੇ ਹਨ, ਜਿਹੜੇ ਨਮਾਜ਼ਾਂ ਕਰਦੇ ਹਨ, ਰੋਜ਼ੇ ਰੱਖਦੇ ਹਨ, ਉਹ ਦੋਜਕਾਂ ਨੂੰ ਕਹਿੰਦਾ ਨਹੀਂ ਜਾਣਗੇ। ਕੀ ਨਾਨਕ ਰੁਕਨ ਦੀਨਾ ਸੱਚੇ ਸੁਣੋ ਜਵਾਬ, ਕਈ ਮੁਹੰਮਦ ਮੁਸਤਫਾ ਮੋਏ ਵਿੱਚ ਅਜ਼ਾਬ। ਸਤਿਗੁਰੂ ਨਾਨਕ ਦੇਵ ਜੀ ਦਾ ਗੁਰੂ ਪਿਆਰਿਓ ਜ਼ੋਰ ਹੈ ਪਰਮੇਸ਼ਰ ਨਾਲ ਜੋੜਨ ਤੇ। ਇਸ ਕਰਕੇ ਸਤਿਗੁਰੂ ਬਾਰ-ਬਾਰ ਕਹਿੰਦੇ ਐ, ਭਲਿਆ ਇਹੋ ਜਿਹੇ ਮੁਹੰਮਦ ਸਾਹਿਬ ਪੀਰ ਫਕੀਰ ਬਹੁਤ ਆ ਕੇ ਗਏ ਹਨ, ਸਤਿਕਾਰ ਕਰਦੇ ਆ ਉਹਨਾਂ ਦਾ, ਆਪੋ ਆਪਣੇ ਸਮੇਂ ਵਿੱਚ ਲੋਕਾਂ ਨੂੰ ਗਾਈਡ ਕੀਤਾ, ਪਰ ਸੱਚ ਨਹੀਂ ਆ। ਉਹਨਾਂ ਦੇ ਸਰੀਰ ਛੁੱਟ ਗਏ ਅਤੇ ਸੰਸਾਰ ਚੋਂ ਚਲੇ ਗਏ। ਸਾਬਤ ਦੀਨ ਨਾ ਕਰ ਸਕਿਆ, ਮਰ ਮਰ ਹੋਏ ਖਾਕ, ਖਾਕੂ ਫੇਰ ਜਲਾਈਆਂ ਘਰ ਘਰ ਭਾਂਡੇ ਪਾਕ। ਇਸ ਤਰ੍ਹਾਂ ਸਾਬਤ ਦੀਨ ਸਾਡਾ ਤਾਂ ਹੀ ਹੋ ਸਕਦਾ ਹੈ, ਅਸੀਂ ਧਰਮ ਦੇ ਵਿੱਚ ਤਾਂ ਹੀ ਸਾਬਤ ਹੋ ਸਕਦੇ ਹਾਂ। ਆਪ ਜੀ ਸਾਖੀ ਸੁਣਦੇ ਨਾ, ਭਾਈ ਸ਼ੁਭੇਗ ਸਿੰਘ ਤੇ ਸ਼ਹਿਬਾਜ਼ ਸਿੰਘ, ਜਿਨ੍ਹਾਂ ਨੂੰ ਅਸੀਂ ਅਰਦਾਸ ਕਰਦੇ ਹਾਂ, ਜਿਨ੍ਹਾਂ ਨੇ ਚਰਖੜੀਆਂ ਤੇ ਚੜੇ। ਇਹ ਦੋਨੇ ਪਿਓ ਪੁੱਤ ਚਰਖੜੀ ਤੇ ਚੜੇ ਸੀ। ਕਾਰਨ ਸੀਗਾ ਕਿ ਇੱਕ ਕਾਜੀ ਜੋ ਇਹਨਾਂ ਦਾ ਜੱਜ ਹੁੰਦਾ ਹੈ, ਤੇ ਗੁਰੂ ਪਿਆਰੋ ਸ਼ੁਭੇਗ ਸਿੰਘ ਦਾ ਸੁਪੁੱਤਰ ਸ਼ਹਿਬਾਜ਼ ਸਿੰਘ ਨੌਜਵਾਨ ਹੋ ਗਿਆ। ਸ਼ੁਭੇਗ ਸਿੰਘ ਨੂੰ ਇਹਨਾਂ ਦੇ ਕੋਤਵਾਲ ਦੀ ਡਿਊਟੀ ਦਿੱਤੀ ਹੋਈ ਸੀ, ਨੌਕਰੀ। ਉਹ ਨੌਕਰੀ ਕਰਦਾ ਸੀਗਾ। ਚਲੋ ਬੱਚਾ ਜਨਮ ਹੋਇਆ, ਜਦੋਂ ਜਵਾਨ ਹੋਇਆ ਕਿਤੇ ਕਾਜੀ ਦੀ ਲੜਕੀ ਦੀ ਅੱਖ ਚੜ੍ਹ ਗਿਆ, ਔਰ ਪਿਤਾ ਨੂੰ ਕਹਿੰਦੀ, ਪਿਤਾ ਮੈਂ ਤਾਂ ਇਹ ਸਿੱਖ ਦੇ ਨਾਲ ਵਿਆਹ ਕਰਾਉਣਾ। ਹੁਣ ਕਾਜੀ ਨੂੰ ਵੀ ਸੋਹਣਾ ਲੱਗਿਆ, ਨੌਜਵਾਨ ਚੜ੍ਹਦੀ ਕਲਾ ਦਾ ਸਰਦਾਰ ਸਿੱਖ। ਤਾਂ ਗੁਰੂ ਪਿਆਰਿਓ ਉਸ ਵੇਲੇ ਕੀ ਹੋਇਆ, ਕਾਜੀ ਨੇ ਸ਼ਹਿਬਾਜ਼ ਸਿੰਘ ਨੂੰ ਬੁਲਾ ਲਿਆ। ਕਹਿੰਦੇ, ਸ਼ਹਿਬਾਜ਼ ਸਿੰਘ ਤੁਸੀਂ ਬੜੇ ਲੰਬੇ ਸਮੇਂ ਤੋਂ ਡਿਊਟੀ ਕਰ ਰਹੇ ਹੋ, ਨੌਕਰੀ ਬੜੀ ਮਾਣਨ ਕਰ ਰਹੇ ਹੋ। ਮੇਰੀ ਇੱਕ ਬੇਨਤੀ ਹੈ ਕਿ ਮੈਂ ਆਪਣੀ ਲੜਕੀ ਦਾ ਸਾਥ ਤੇਰੇ ਨਾਲ ਕਰਨਾ ਚਾਹੁੰਦਾ, ਪਰ ਇਹਦੇ ਵਿੱਚ ਇੱਕ ਰੁਕਾਵਟ ਆਉਂਦੀ ਹੈ। ਕਹਿੰਦਾ, ਉਹ ਕੀ? ਕਹਿੰਦੇ ਉਹ ਇਹੀ ਹੈ ਕਿ ਤੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣ ਜਾ, ਕਲਮਾ ਪੜ੍ਹ, ਕੇਸ ਕਤਲ ਕਰਾ ਕੇ ਤੇ ਤੂੰ ਸਾਡਾ ਮੁਸਲਮਾਨ ਬਣ ਜਾ, ਤੇ ਨਾਲ ਮੈਂ ਲੜਕੀ ਦਾ ਵਿਆਹ ਕਰਾਊਂਗਾ। ਔਰ ਵੇਖ ਮੈਂ ਕਾਜੀ ਹਾਂ, ਮੇਰੇ ਕੋਲ ਜਿੰਨੀ ਐਸ਼ੋ ਇਸ਼ਟ ਬੰਗਲੇ ਕੋਠੀਆਂ ਕਾਰਾਂ, ਇੱਥੋਂ ਤੱਕ ਕਿ ਮੈਂ ਆਪਦੇ ਵਾਲੀ ਨੌਕਰੀ ਵੀ ਤੈਨੂੰ ਦੇ ਦੂੰਗਾ। ਕਹੋ ਸਤਨਾਮ। ਪਰ ਤੂੰ ਕਹਿੰਦਾ ਮੁਸਲਮਾਨ ਬਣ ਜਾ। ਤੇ ਸ਼ਹਿਬਾਜ਼ ਸਿੰਘ ਕਹਿਣ ਲੱਗਿਆ, ਕਾਜੀ ਸਾਹਿਬ ਅਕਲ ਨੂੰ ਹੱਥ ਮਾਰੋ। ਕਹਿੰਦੇ ਜਿਹੜਾ ਧਰਮ ਹੁੰਦਾ ਹੈ ਉਹ ਹੋਰ ਚੀਜ਼ ਹੈ, ਜਿਹੜੀ ਸਿੱਖੀ ਹੈ ਉਹ ਇਦੋਂ ਪਰੇ ਹੈ, ਸਾਥੋਂ ਸਿੱਖੀ ਛੱਡੀ ਨਹੀਂ ਜਾ ਸਕਦੀਗੀ। ਇਸ ਕਰਕੇ ਸਾਨੂੰ ਸਾਡਾ ਧਰਮ ਪਿਆਰਾ ਹੈ, ਤੈਨੂੰ ਤੇਰਾ ਧਰਮ ਪਿਆਰਾ ਹੈ, ਅਸੀਂ ਵਿਆਹ ਪਿੱਛੇ ਆਪਣਾ ਸਿੱਖੀ ਧਰਮ ਨਹੀਂ ਛੱਡਣਾਗਾ। ਫਿਰ ਉਸ ਕਾਜੀ ਨੇ ਗੁਰੂ ਪਿਆਰਿਓ ਬਾਦਸ਼ਾਹ ਦੇ ਕੋਲ ਜਾ ਕੇ
ਅਨੇਕਾਂ ਤਰ੍ਹਾਂ ਦੇ ਗੁਰੂ ਪਿਆਰੋ ਦੂਸ਼ਣ ਲਾ ਦਿੱਤੇ। ਕਹਿਣ ਲੱਗਿਆ ਦੇਖੋ ਜੀ ਇਹ ਸਿੱਖ ਸਾਡੇ ਰਾਜ ਵਿੱਚ ਪਲ ਰਹੇ ਹੈ ਤੇ ਅਸੀਂ ਇਹਨਾਂ ਤੇ ਨਿਗਾਹ ਨਹੀਂ ਰੱਖਦੇ, ਇਹ ਕੱਲ ਨੂੰ ਕਿਤੇ ਸਾਡੇ ਖਿਲਾਫ ਨਾ ਹੋ ਜਾਣ, ਕਿਉਂ ਨਾ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਮੁਸਲਮਾਨ ਬਣਾਇਆ ਜਾਵੇ। ਤੇ ਮੁਸਲਮਾਨ ਬਣਾਉਣ ਵਾਸਤੇ ਫਿਰ ਉਹਨਾਂ ਨੇ ਤਿਆਰੀ ਕੀਤੀ। ਸਿੱਧਾ ਤਾਂ ਕਹਿ ਨਹੀਂ ਸਕਦਾ ਸੀਗਾ ਕਿ ਮੈਂ ਕੁੜੀ ਦਾ ਵਿਆਹ ਕਰਨਾ ਸੀ, ਨੇ ਜਵਾਬ ਦੇ ਦਿੱਤਾ, ਪਰ ਇਹਨੇ ਦੂਸ਼ਣ ਲਾ ਕੇ ਫਿਰ ਆਪਣਾ ਵੱਡੇ ਬਾਦਸ਼ਾਹ ਦੇ ਕੋਲ ਗੁਰੂ ਪਿਆਰਿਓ ਇਹ ਗੱਲਾਂ ਬਣਾਈਆਂ ਤੇ ਫਿਰ ਕਹਿੰਦੇ ਉਸ ਨੇ ਇਹਨਾਂ ਨੂੰ ਮੁਸਲਮਾਨ ਹੋਣ ਦੀ ਸਲਾਹ ਕੀਤੀ। ਪਰ ਇਹਨਾਂ ਨੇ ਧਰਮ ਨਹੀਂ ਛੱਡਿਆ। ਆਖਰ ਗੁਰੂ ਪਿਆਰਿਓ ਪਹਿਲਾਂ ਪਿਤਾ ਦੇ ਸਾਹਮਣੇ ਪੁੱਤਰ ਨੂੰ ਚਰਖੜੀ ਚੜਾਇਆ ਗਿਆ ਤੇ ਜਿਸ ਚਰਖੜੀ ਦੇ ਇੱਕ ਪਾਸੇ ਚਰਖੇ ਦੀ ਤਰ੍ਹਾਂ ਵੱਡਾ ਸਾਰਾ ਚੱਕਰ ਹੈ, ਦੂਜੇ ਪਾਸੇ ਵੀ ਇੱਕ ਚੱਕਰ ਹੈ ਤੇ ਇਹਨਾਂ ਚੱਕਰਾਂ ਦੇ ਵਿੱਚ ਗੁਰੂ ਪਿਆਰਿਓ ਲੋਹੇ ਦੇ ਕਿੱਲ ਲੱਗੇ ਹਨ, ਉੱਤੇ ਵਧਵੇਂ ਕੀਤੇ ਹੋਏ। ਤੇ ਜਦੋਂ ਇਹ ਸਰੀਰ ਦੋਨੇ ਚਰਖਿਆਂ ਦੇ ਵਿਚਾਲ ਦੀ ਟੱਪਦਾ ਹੈ ਤੇ ਉਹ ਕਿੱਲ ਵਿੱਚ ਖੁੱਭਦੇ ਹੈ। ਪਰ ਉਹਨਾਂ ਗੁਰੂ ਦੇ ਪਿਆਰਿਆਂ ਨੇ ਸਿੱਖੀ ਸਦਕ ਨੂੰ ਆਪਣੇ ਨੂੰ ਨਿਭਾ ਲਿਆ, ਸਰੀਰ ਤਿਆਗ ਦਿੱਤੇ ਪਰ ਧਰਮ ਨਹੀਂ ਤਿਆਗਿਆ। ਤੇ ਇੱਥੇ ਕੀ ਗੱਲ ਹੋ ਰਹੀ ਸੀਗੀ? ਕਹਿਣ ਲੱਗੇ ਕਾਜੀ ਰੁਕਨਦੀਨ ਕਹਿਣਾ ਮਹਾਰਾਜ ਸਾਡੇ ਮੁਹੰਮਦ ਸਾਹਿਬ ਤੇ ਸਾਡੇ ਮੁਸਲਮਾਨ ਤਾਂ ਸਵਰਗਾਂ ਨੂੰ ਜਾਣਗੇ, ਭਿਸ਼ਟਾਂ ਨੂੰ ਜਾਣਗੇ, ਪਰ ਤੁਹਾਡੇ ਜਿਹੜੇ ਹਨ ਕਾਫਰ ਲੋਕ ਜਿਹੜੇ ਹਨ ਉਹ ਨਰਕਾਂ ਨੂੰ ਜਾਣਗੇ। ਇੱਕ ਨਾ ਦੁੱਧ ਸਮਾਈਐ ਇੱਕ ਨਾ ਵਿੱਚ ਪਿਸ਼ਾਬ, ਗੁਨਾ ਗੁਣ ਨਿਆਮਤੀ ਕਈ ਇਲਾਮਤ ਸਾਜ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਾਜੀ ਰੁਕਨਦੀਨ ਇਹੋ ਜਿਹੇ ਬਹੁਤ ਮੁਹੰਮਦ ਆਏ, ਬਹੁਤ ਪੀਰ ਪੈਗੰਬਰ ਆਏ ਔਰ ਮਰ ਗਏ, ਕੋਈ ਆਪਣੇ ਦੀਨ ਧਰਮ ਦੇ ਵਿੱਚ ਸਾਬਤ ਨਹੀਂ ਟੱਪਿਆਗਾ। ਭਾਵ ਕਿਸੇ ਨਾ ਕਿਸੇ ਲਾਲਚ ਤੇ ਕੋਈ ਨਾ ਕੋਈ ਡੋਲ ਹੀ ਗਿਆ। ਫਰੀਦਾ ਇਹ ਵਿੱਚ ਗੰਦਲਾਂ ਧਰੀਆਂ ਖੱਡ ਲਵਾੜ, ਇੱਕ ਰਾਹੇ ਦੇ ਰਹਿ ਗਏ ਤਰਾਦੀ ਗਏ ਉਜਾੜ, ਕਈ ਫਸ ਗਏ ਕਈ ਟੱਪ ਗਏ, ਪਰ ਜਿਹੜੇ ਫਸ ਗਏ ਕਹਿੰਦੇ ਆਖਰ ਖਾਕੂ ਫੇਰ ਜਲਾਈਆਂ ਘਰ ਘਰ ਭਾਂਡੇ ਪਾਕ। ਫਿਰ ਉਹਨਾਂ ਦੇ ਸਰੀਰਾਂ ਦੀ ਮਿੱਟੀ ਜਿਹੜੀ ਸੀਗੀ, ਰੂਹਾਂ ਦਾ ਨਰਕਾਂ ਵਿੱਚ ਸੁੱਟੀਆਂ ਗਈਆਂ, ਸਰੀਰਾਂ ਨੂੰ ਫਿਰ ਜਲਾਇਆ ਗਿਆ, ਉਹ ਜਲ ਕੇ ਮਿੱਟੀ ਹੋ ਗਏ ਤੇ ਫਿਰ ਉਸ ਮਿੱਟੀ ਨੂੰ ਲਿਆ ਕਰਕੇ ਕਹਿੰਦੇ ਉਹਨਾਂ ਦੇ ਭਾਂਡੇ ਘੜੇ ਗਏ। ਖਾਕੂ ਫੇਰ ਜਲਾਈਆਂ ਘਰ ਘਰ ਭਾਂਡੇ ਪਾਕ, ਫਿਰ ਉਹਨਾਂ ਦੇ ਭਾਂਡੇ ਬਣਾਏ ਗਏ। ਇੱਕ ਨਾ ਦੁੱਧ ਸਮਾਈ ਹੈ, ਇੱਕ ਨਾ ਵਿੱਚ ਪਿਸ਼ਾਬ, ਉਹਨਾਂ ਘੜਿਆਂ ਨੂੰ ਉਹਨਾਂ ਮਿੱਟੀ ਦੇ ਬਰਤਨਾਂ ਨੂੰ ਅਸੀਂ ਗੁਰੂ ਪਿਆਰੋ ਕੋਈ ਚੰਗੇ ਥਾਂ ਰੱਖਿਆ, ਕੋਈ ਗੰਦੇ ਥਾਂ ਤੇ ਰੱਖਿਆ। ਤੇ ਫਿਰ ਕੀ ਹੋਇਆ? ਗੁਨਾ ਗੁਣ ਨਿਆਮਤੀ ਕਈ ਅਲਾਮਤ ਸਾਜ। ਗੁਨਾ ਗੁਣ ਦਾ ਮਤਲਬ ਅਣਗਿਣਤ ਹੀ ਨਿਆਮਤਾਂ ਸੰਸਾਰ ਦੇ ਵਿੱਚੋਂ ਮਨੁੱਖ ਨੇ ਖਾਧੀਆਂ। ਮਿੱਟੀ ਮੁਸਲਮਾਨ ਦੀ ਵਿੱਚ ਆਤਸ਼ ਲਏ ਅਜਾਬ, ਕਲਮਾ ਰਹਿਆ ਕਿਨਾਰੜੇ ਜਲ ਬਲ ਹੋਏ ਖਾਕ। ਕਿਉਂਕਿ ਉਹਨਾਂ ਦਾ ਖਿਆਲ ਹੈ ਵੀ ਆਪਾਂ ਜਿਹੜਾ ਸਰੀਰ ਹੈ ਇਹਨੂੰ ਅੱਗ ਵਿੱਚ ਨਹੀਂ ਮਚਾਉਣਾਗਾ। ਜਦੋਂ ਦੁਬਾਰਾ ਮਹਾਪਰਲੋਂ ਤੋਂ ਬਾਅਦ ਮੁਹੰਮਦ ਸਾਹਿਬ ਨੇ ਫਿਰ ਸਾਰਿਆਂ ਨੂੰ ਖੜੇ ਕਰ ਲੈਣਾ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਮੁਸਲਮਾਨ ਦੀ ਮਿੱਟੀ ਵੀ ਅੱਗ ਵਿੱਚ ਮੱਚਦੀ ਹੈ, ਹਿੰਦੂਆਂ ਦੀ ਵੀ ਮੱਚਦੀ ਹੈ, ਸਭ ਦੀ ਮੱਚਦੀ ਹੈ। ਉਹ ਪਹਿਲਾ ਸੰਸਕਾਰ ਕਰ ਦਿੰਦੇ ਹੈ ਕਿ ਤੁਹਾਡੇ ਵਾਲੀ ਮਿੱਟੀ ਨੂੰ ਕਬਰਾਂ 'ਚੋਂ ਪੱਟ ਕੇ ਜਦੋਂ ਘੁਮਿਆਰ ਲਿਜਾ ਕੇ ਘੜੇ ਬਣਾਉਂਦਾ ਹੈ ਤੇ ਫਿਰ ਆਵੀ ਦੇ ਵਿੱਚ, ਭੱਠੇ ਦੇ ਵਿੱਚ, ਆਵੇ ਦੇ ਵਿੱਚ ਅੱਗ ਦਿੱਤੀ ਜਾਂਦੀ ਹੈ। ਉੱਥੇ ਤਾਂ ਕਲਮਾ ਕਿੱਥੇ ਰਹਿ ਗਿਆ? ਕਲਮਾ ਰਿਹਾ ਕਿਨਾਰੇ, ਕਲਮਾ ਤਾਂ ਪਰੇ ਰਹਿ ਗਿਆ ਤੇ ਸਰੀਰ ਇੱਥੇ ਜਲ ਬਲ ਕੇ ਮਿੱਟੀ ਹੋ ਗਏ। ਆਤਸ਼ ਬਾਜ ਨਾ ਸੋਦਰੇ ਕੀਤੇ ਨਬੀ ਰਸੂਲ, ਜਲ ਦੇ ਦੋਜ ਕਹਾਵੀਏ ਤੋਬਾ ਨਾ ਪਵੇ ਕਬੂਲ। ਅੱਗ ਅੱਗ ਤੋਂ ਬਾਅਦ ਸੁਧਰਦਾ ਨਹੀਂ ਕੋਈ, ਸਭ ਨੂੰ ਹੀ ਅੱਗ ਵਿੱਚ ਪੈਣਾ ਪੈਂਦਾ ਹੈ। ਵੱਡੇ ਵੱਡੇ ਨਬੀ ਰਸੂਲ ਉਹਨਾਂ ਦੇ ਸਰੀਰ ਵੀ ਅੱਗ ਵਿੱਚ ਪਾਉਣੇ ਪੈਂਦੇ ਹਨ। ਜਿਹੜੇ ਮਾਤ ਲੋਕ ਵਿੱਚ ਆਪਣੇ ਧਰਮ ਨੂੰ ਕਾਇਮ ਨਹੀਂ ਰੱਖਦੇ, ਆਪਣੇ ਧਰਮ ਦੇ ਵਿੱਚ ਕਾਇਮ ਨਹੀਂ ਰਹਿੰਦੇ, ਜਲਦੇ ਦੋਜ ਕਹਾਵੀਏ, ਉਹ ਨਰਕਾਂ ਦੇ ਕੜਾਹਿਆਂ ਵੀ ਸਿੱਟੇ ਜਾਂਦੇ ਹਨ। ਫਿਰ ਉੱਥੇ ਤੋਬਾ ਕਰਦੇ ਆ, ਬਚਾਓ ਬਚਾਓ, ਫਿਰ ਉੱਥੇ ਬਚਾਉਣ ਵਾਲਾ ਕੋਈ ਨਹੀਂ ਹੈਗਾ। ਕਿਥੇ ਨਵਾਜ਼ਾਂ ਰੋਜੜੇ ਕਿਥੇ ਸੁਪਿਸਤਾ ਹੂਰ, ਕਿਥੇ ਸੇ ਪੜਨ ਕੁਰਾਨੜੇ ਜਲ ਬਲ ਹੋਏ ਤੂਰ। ਦੱਸਗਾ ਸਰੀਰ ਤਾਂ ਉਹ ਮੱਚ ਗਿਆ ਸਾਹਮਣੇ ਚਿਖਾ ਦੇ ਵਿੱਚ, ਤੇ ਤੂੰ ਕਹਿੰਦਾ ਗਾਹਾਂ ਜਾ ਕੇ ਹੂਰਾਂ ਪਰੀਆਂ ਮਿਲਣਗੀਆਂ। ਕੌਣ ਉਹਨਾਂ ਹੂਰਾਂ ਪਰੀਆਂ ਨੂੰ ਪ੍ਰਾਪਤ ਕਰੂਗਾ? ਕਿਵੇਂ ਮਿਲਣਗੀਆਂ? ਇਸ ਕਰਕੇ ਕਿੱਥੇ ਨਵਾਜ਼ਾਂ ਰੋਜੜੇ
ਕਿੱਥੇ ਸੁਭਿਸ਼ਟਾ ਹੂਰ, ਕਿੱਥੇ ਆਉ ਤੁਹਾਡੀ ਭਿਸ਼ਟ, ਸਵਰਗ ਕਿੱਥੇ ਆ ਹੂਰਾ, ਕਿੱਥੇ ਸੇ ਪੜ੍ਹਨ ਕੁਰਾਨੜੇ, ਜਲ ਬਲ ਹੋਏ ਧੂਰ, ਆ ਸਾਹਮਣੇ ਅੱਖਾਂ ਦੇ ਤਾਂ ਸਵਾਹ ਬਣ ਗਏ ਮੱਚ ਕੇ। ਅਗੈਣਾ ਮੁਸਲਮਾਨੜੀ ਕਾਫਰ ਨਾਹੇ ਦਿਸਨ, ਜਲ ਦੇ ਦਿਸਨ ਦੋ ਵਹੇ ਖਾਕੂ ਵਿੱਚ ਮਿਲਾਨਾ। ਕਾਜੀ ਰੁਕਣ ਨਹੀਂ, ਉੱਥੇ ਨਹੀਂ ਵੇਖਿਆ ਜਾਂਦਾ ਮੁਸਲਮਾਨ ਕੌਣ ਹੈ ਤੇ ਹਿੰਦੂ ਕੌਣ ਹੈ, ਉੱਥੇ ਦੋਨੇ ਚੀਜ਼ਾਂ ਹੈ ਹੀ ਨਹੀਂ। ਇਹ ਤਾਂ ਧਰਤੀ ਤੇ ਬਣੀਆਂ ਹਨ। ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ। ਭਰਮ ਨਾ ਭੁੱਲੋ ਭਾਈ, ਖਾਲਕ ਖਲ ਖਲਕ ਮੈਂ ਖਾਲਕ, ਪੂਰ ਸਭ ਠਾਈ। ਉਹ ਪਰਮੇਸ਼ਰ ਤਾਂ ਸਾਰਿਆਂ ਵਿੱਚ ਵਸਦਾ ਹੈ। ਉਸ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਉੱਥੇ ਤਾਂ ਰੂਹਾਂ ਜਾਂਦੀਆਂ। ਪੂਰੀ ਤਕਬਰੀ ਕਰਮੂਏ ਸਾਬਤ ਭਇਆ ਨਾ ਦੀਨ, ਦੁਨੀਆ ਦੋਜਕ ਜਲ ਮਰਨ ਸਿਉ ਕੋ ਕਰੇ ਯਕੀਨ। ਜਿਨ੍ਹਾਂ ਨੇ ਦੁਨੀਆ ਵਿੱਚ ਖੁਦੀ ਤਕਬਰੀ ਧੱਕਾ ਕੀਤਾ, ਖੁਦੀ ਹੰਕਾਰ ਕੀਤਾ, ਆਖਰ ਉਹ ਮਰ ਗਏ, ਨਾ ਆਪਣੇ ਧਰਮ ਨੂੰ ਕਾਇਮ ਰੱਖ ਸਕੇ। ਫਰੀਦਾ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਪਹਾੜਾ ਮਾਰਿਆ ਗਾਫਲ ਆਪਣੇ ਹੱਥ। ਬਾਦਸ਼ਾਹ ਕਹਿੰਦੇ ਆਖਰ ਇਹ ਦੋਨੇ ਹੀ ਇੱਥੇ ਸੜ ਵਲ ਕੇ ਮਰ ਗਏ, ਕਿਉਂਕਿ ਆਪਣੇ ਧਰਮ ਦੇ ਵਿੱਚ ਨਹੀਂ ਰਹੇ। ਦੁਨੀਆ ਦੋਜਕ ਜਲ ਮਰਨ ਸੇ ਕਿਉਂ ਕਰੇ ਯਕੀਨ, ਕਹਿੰਦੇ ਇਹ ਦੁਨੀਆ ਸਾਰੀ ਇੱਥੇ ਸਾਹਮਣੇ ਸਾਡੇ ਅੱਖਾਂ ਦੇ ਮਰ ਜਾਂਦੀ ਆ, ਚੱਕ ਕੇ ਮਚਾ ਦਿੰਦੇ ਆ। ਦੱਸ ਤੇਰੀ ਇਸ ਗੱਲ ਤੇ ਮੈਂ ਕਿਵੇਂ ਯਕੀਨ ਕਰਾਂ ਕਿ ਗਾਹਾਂ ਹੂਰਾਂ ਭਰੀਆਂ ਮਿਲਣਗੀਆਂ। ਲਿਖਿਆ ਦਰ ਦਰਗਾਹ ਦੇ ਇੱਕ ਸਬਾਜ ਨਾ ਕੋਏ, ਕੀਤੇ ਲੱਖ ਮੁਹੰਮਦੀ ਢੋਈ ਲਹਿਰ ਨਾ ਹੋਏ। ਉਸ ਦਰਗਾਹ ਦੇ ਗੇਟ ਤੇ ਲਿਖਿਆ ਬਸ ਇੱਕੋ ਹੀ ਇੱਕ ਹੈ, ਇੱਕੋ ਹੀ ਇੱਕ ਹੈ, ਕਹਿੰਦੇ ਦੂਜਾ ਕੋਈ ਹੈ ਨਹੀਂ। ਤੇ ਉੱਥੇ ਉਸ ਇੱਕ ਨਾਲ ਮੇਰੇ ਤੋਂ ਬਗੈਰ ਢੋਈ ਨਹੀਂ ਮਿਲਦੀ। ਜਿੱਦਾਂ ਜੇ ਇਹ ਦੂਜਾ ਹੈ ਉਹਨਾਂ 'ਚ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਇਸੇ ਗੱਲ ਨੂੰ ਪੜ੍ਹੋ ਜਪਜੀ ਸਾਹਿਬ ਚੋਂ, ਏਕ ਰਾਹੇ ਪਟ ਪਵੜੀਆਂ ਚੜੀਆਂ ਹੋਏ 21। ਤਾਂ ਪਾਤਸ਼ਾਹ ਜੀ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਤ। ਇਹ ਦਰਵਾਜ਼ਾ ਜਿਹੜਾ ਇਹ ਦਰ, ਇਹ ਪੌੜੀਆਂ ਜੋ ਅੱਲਾ ਦੇ ਪਰਮੇਸ਼ਰ ਦੇ ਖੁਦਾ ਦੇ ਅਕਾਲ ਪੁਰਖ ਦੇ ਘਰ ਨੂੰ ਜਾਂਦੀਆਂ, ਇਹ ਇੱਜ਼ਤ ਵਾਲੀਆਂ ਪੌੜੀਆਂ। ਪਰ ਇਹਨਾਂ ਪੌੜੀਆਂ ਤੇ ਤੁਰਿਆ ਜਾਵੇਗਾ ਧਿਆਨ ਨੂੰ ਇੱਕ ਨਾਲ ਜੋੜ ਕੇ, ਇੱਕ ਨਾਲ ਇੱਕਮਿਕ ਹੋ ਕੇ, ਕਦ ਤਪੱਸਿਆ ਜਾਵਾ ਭਇਓ ਦਵੈ ਤੇ ਇੱਕ ਰੂਪ ਹੋਏ ਗਇਓ, ਉਹਨਾਂ ਚਿਰ ਨਹੀਂ ਚੱਲ ਸਕਦਾਗਾ। ਜਿਵੇਂ ਪਿੱਛੇ ਵੀ ਕਹਿ ਰਹੇ ਸੀ, ਜਿਹੜਾ ਪੁਰਸ਼ ਲਾਦ ਦਾ ਪੰਥ ਦੁਹੇਲਾ ਹੈ, ਜਦੋਂ ਉੱਥੋਂ ਦੀ ਕੋਈ ਟੱਪਦਾ, ਜਿਹਦਾ ਧਿਆਨ ਇੱਕ ਨਾਲ ਜੁੜਿਆ ਹੁੰਦਾ ਉਹ ਤਾਂ ਟੱਪ ਜਾਂਦਾ, ਜਿਹਦਾ ਧਿਆਨ ਇੱਕ ਨਾਲ ਨਹੀਂ ਜੁੜਿਆ ਹੁੰਦਾ ਉਹ ਭੀੜੇ ਰਸਤੇ ਤੋਂ ਡਿੱਗ ਕੇ ਥੱਲੇ ਫਿਰ ਰਤ ਦੀ ਨਦੀ ਵਿੱਚ ਡਿੱਗ ਪੈਂਦਾ, ਕਿਹੜੀਆਂ ਜੂਨਾਂ ਵਿੱਚ ਪੈ ਜਾਂਦਾ। ਕਹਿਣ ਤੋਂ ਭਾਵ ਸਭ ਅੰਦਰ ਦੀਆਂ ਗੱਲਾਂ ਤੇ ਬਾਹਰ ਦੀਆਂ ਨਾ, ਕੋਈ ਦੂਜੇ ਦੇਸ਼ ਦੇ ਵਿੱਚ ਨਰਕ ਨਹੀਂ, ਇੱਥੇ ਸਭ ਸਜ਼ਾਵਾਂ ਮਿਲ ਰਹੀਆਂ ਹਨ, ਸਭ ਨੂੰ ਸਾਹਮਣੇ ਦੇਖ ਰਹੇ ਹਾਂ। ਫਿਰ ਕਹਿੰਦੇ ਉਹਨਾਂ ਰੂਹਾਂ ਨੂੰ ਵਾਪਸ ਕਿਹੜੀਆਂ ਜੂਨਾਂ ਵਿੱਚ ਪਾ ਕੇ ਇਹ ਦੁਨੀਆ ਵਿੱਚ ਹੀ ਜਨਮ ਦਿੱਤੇ ਜਾਂਦੇ ਹਨ। ਫਿਰ ਉਹ ਜੰਮਦੇ ਮਰਦੇ ਹੈ, ਜੰਮਦੇ ਮਰਦੇ ਹਨ। ਨਾਨਕ ਜੀ ਕਹਿ ਰਹੇ ਹਨ, ਜਿਨ੍ਹਾਂ ਨੇ ਧਰਮ ਦੇ ਵਿੱਚ ਯਕੀਨ ਨਹੀਂ ਰੱਖਿਆ, ਜਿਨ੍ਹਾਂ ਨੇ ਆਪਣਾ ਧਰਮ ਕਾਇਮ ਨਹੀਂ ਰੱਖਿਆ, ਇਸੇ ਕਰਕੇ ਤਾਂ ਸਤਿਗੁਰਾਂ ਨੇ ਦੇਖੋ ਆਪ ਸ਼ਹੀਦੀਆਂ ਦੇ ਕੇ ਵੀ ਸਾਨੂੰ ਇਹ ਦੱਸਿਆ ਕਿ ਆਪਣਾ ਧਰਮ ਨਹੀਂ ਛੱਡਣਾ, ਭਾਵੇਂ ਮੌਤ ਹੋ ਜਾਵੇ। ਕਿਉਂਕਿ ਜੋ ਧਰਮ ਛੱਡ ਕੇ ਮਰਦਾ ਹੈ ਉਹ ਨਾ ਉੱਧਰ ਦਾ ਨਾ ਉੱਧਰ ਦਾ, ਘੁਮਿਆਰ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ। ਇਸ ਕਰਕੇ ਫਿਰ ਉਸ ਜੀਵ ਦੀ ਉਹ ਹਾਲਤ ਹੁੰਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਆਪਦੇ ਸਰੀਰਾਂ ਦੇ ਦੁੱਖ ਝੱਲ ਕੇ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦ ਹੋਣਾ, ਤੱਤੀ ਤਵੀ ਤੇ ਬੈਠ ਕੇ ਸਰੀਰ ਤਿਆਗ ਦੇਣਾ, ਸਰੀਰ ਨੂੰ ਬਚਾਉਣ ਵਾਸਤੇ ਆਪਣੀ ਸ਼ਕਤੀ, ਆਪਣੀ ਪਾਵਰ ਨਾ ਵਰਤਣਾ, ਕਰਾਮਾਤ ਨਾ ਵਿਖਾਉਣੀ, ਪਰ ਸਰੀਰ ਤਿਆਗ ਦੇਣਾ। ਤਾਂ ਇਹ ਗੱਲ ਇਹ ਸਾਨੂੰ ਦੱਸਦੀ ਹੈ ਕਿ ਸਤਿਗੁਰਾਂ ਨੇ ਦੱਸਿਆ ਕਿ ਧਰਮ ਸਭ ਤੋਂ ਵੱਡਾ ਹੈ, ਆਪਣਾ ਧਰਮ ਅਸੀਂ ਨਹੀਂ ਛੱਡਣਾ, ਭਾਵੇਂ ਕੁਛ ਵੀ ਹੋਵੇ। ਡਿੱਠੀ ਏ ਮਨਾ ਵਾਏ ਬਾਜ ਨਾ ਕੋਏ, ਮਾਜ ਮੁਹੰਮਦ ਮੁਸਤਫਾ ਰੋਵੈ ਹਾਏ ਹਾਏ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਰੁਕਣ ਦੀ ਨਾ, ਇਹ ਦੁਨੀਆ ਦੇ ਵਿੱਚ ਲਿਖਿਆ ਦਰਗਾਹ ਇੱਕ ਸਬਾਜ ਨਾ ਕੋਏ, ਕਿਤੇ ਲੱਖ ਮੁਹੰਮਦੀ ਢੋਈ ਲੈਣ ਨਾ ਹੋਏ। ਕਹਿੰਦੇ ਤੂੰ ਇੱਥੇ ਇੱਕ ਮੁਹੰਮਦ ਨੂੰ ਜਾਣਦਾ, ਪਰ ਉਸ ਦਰ ਦੇ ਉੱਤੇ ਇਹੋ ਜਿਹੇ ਲੱਖਾਂ ਹੀ ਮੁਹੰਮਦ ਹੱਥ ਬੰਨੀ ਖੜੇ ਆ ਜੀ, ਸਾਨੂੰ ਸਮਾਂ ਬਖਸ਼ੋ, ਸਾਨੂੰ ਸਮਾਂ ਬਖਸ਼ੋ। ਲੈ ਨਾ ਧੋਏ
ਰੋਂਦੀ ਡਿੱਠੀ ਐਮਨਾ ਵਾਏ ਵਾਹ ਜਿਨਾ ਕੋਈ ਅਹਿਮਦਾਬਾਦ ਵਿੱਚ ਜੋ ਹੋਇਆ ਸੀ, ਸ਼ਾਇਦ ਇਹ ਅਹਿਮਦਾਬਾਦ ਦੀ ਗੱਲ ਹੀ ਹੈ ਕਿ ਅਹਿਮਦਾਬਾਦ ਦੇ ਵਿੱਚ ਕਹਿੰਦੇ ਸੰਸਾਰ ਦੇ ਵਿੱਚ ਦੁਨੀਆ ਰੋਂਦੀ ਦੇਖੀ ਹੈ ਮੈਂ, ਉੱਥੇ ਕਿਸੇ ਨੇ ਵੀ ਉਹਨਾਂ ਦੀ ਬਾਤ ਨਹੀਂ ਪੁੱਛੀ। ਰੋਂਦੀ ਡਿੱਠੀ ਐਮਨਾ ਵਾਏ ਮੁਹੰਮਦ ਵਾਏ ਵਾਜ ਮੁਹੰਮਦ ਮੁਸਤਫਾ ਰੋਵੇ ਹੋਏ ਹਾਏ ਹਾਏ। ਤੇ ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਪਰਮੇਸ਼ਰ ਤੋਂ ਬਗੈਰ ਸਾਰੀ ਦੁਨੀਆ ਧਰਮ ਤੋਂ ਬਗੈਰ ਰੋਂਦੀ ਵੇਖੀ ਆ। ਆਈ ਅੰਦਰ ਖਾਵਦੇ ਡਿਠੀ ਅਸ ਦਰਗਹਿ ਨੂਰ, ਦਿਸਨਾ ਆਇਓ ਮੁਸਤਫਾ ਰੋਏ ਰੋਏ ਭਈ ਮਨੂਰ। ਇਸ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ ਉਹ ਮੁਹੰਮਦ ਦਾ ਸਰੀਰ ਛੱਡ ਗਿਆ, ਜਦ ਉਸ ਮੁਹੰਮਦ ਉਸਨੂੰ ਉਹ ਮੁਹੰਮਦ ਦਿਸਿਆ ਨਹੀਂ ਤੇ ਫਿਰ ਕਹਿੰਦੇ ਉਹ ਹਾਏ ਹਾਰ ਕੇ ਕਰਕੇ ਉਹ ਵੀ ਰੋਣ ਲੱਗੀ। ਉਸ ਨੂੰ ਕਹਿੰਦੇ ਜਦ ਮੁਹੰਮਦ ਨਾ ਦਿਸਿਆ ਤੇ ਰੋ ਰੋ ਕੇ ਆਖਰ ਉਹ ਵੀ ਮਨੂਰ ਭਾਵ ਪੱਥਰ ਬਣ ਗਈ, ਭਾਵ ਜਿਵੇਂ ਸਵਾਸਾਂ ਦਾ ਚੜ ਜਾਣਾ, ਉਹ ਵੀ ਕਹਿੰਦੇ ਰੋ ਰੋ ਕੇ ਪੱਥਰ ਹੋ ਗਈ। ਤੋ ਫੇਰ ਆਵਾਜ਼ੜਾ ਹਾਏ ਮੁਹੰਮਦ ਹਾਏ, ਮੈਨੂੰ ਦੇਹ ਜਵਾਬ ਕੋਏ ਰੋਵੇ ਕਰੇ ਕਹਾਏ। ਕਹਿੰਦੀ ਉਸਨੇ ਆਵਾਜ਼ ਦਿੱਤੀ ਹੇ ਮੁਹੰਮਦ ਸਾਹਿਬ ਮੇਰੇ ਕੋਲ ਆਓ, ਮੈਨੂੰ ਕੋਈ ਜਵਾਬ ਦਿਓ, ਮੇਰਾ ਕੀ ਬਣੂਗਾ, ਤੂੰ ਮੈਨੂੰ ਛੱਡ ਗਿਆ ਹੈ। ਕੇਤੇ ਲੱਖ ਮੁਹੰਮਦਾ ਅੱਗੋਂ ਉੱਠੇ ਪੁਕਾਰ, ਕਿਹੜਾ ਪੁੱਛਦੀ ਐ ਤਾਂ ਮੁਸਤਫਾ ਫਿਰੈ ਅਸੰਖ ਅਪਾਰ। ਸ਼ਹਿਰ ਮੁਹੰਮਦ ਦੇ ਘਰ ਵਾਲੀ ਐਮਨਾ ਕਹਿਣ ਲੱਗੇ ਜਦੋਂ ਉਸਨੇ ਪੁੱਛਿਆ ਕਿ ਮੁਹੰਮਦਾ ਮੈਨੂੰ ਜਵਾਬ ਦੇ, ਕਹਿੰਦੀ ਅੱਗੋਂ ਆਵਾਜ਼ ਆਈ ਤੂੰ ਕਿਹੜੇ ਮੁਹੰਮਦ ਦੀ ਗੱਲ ਕਰਦੀ ਹੈ, ਇੱਥੇ ਤਾਂ ਲੱਖਾਂ ਹੀ ਮੁਹੰਮਦ ਫਿਰਦੇ ਹਨ। ਓੜ ਕੇ ਅੰਤ ਨ ਪਾਈਐ ਕੀਤੇ ਜਬਰਾਇਲ, ਸਭੋ ਅੰਦਰ ਹੁਕਮ ਦੇ ਕੀਤੇ ਮਿਕਾਇਲ। ਇੱਥੇ ਕੋਈ ਅੰਤ ਨਹੀਂ ਹੈ ਕਿਸੇ ਦਾ ਵੀ। ਧੰਨ ਗੁਰੂ ਨਾਨਕ ਦੇਵ ਜੀ ਨੇ ਅਸੰਖਾਂ ਵਾਲੀਆਂ ਪੌੜੀਆਂ ਲਿਖ ਕੇ ਸਾਰੀ ਗੱਲ ਮੁਕਾ ਦਿੱਤੀ ਹੈ। ਆਓ ਉਹ ਸਮਾਂ ਸਿਮਰਨ ਕਰੀਏ, ਉਪਰੰਤ ਸਮਾਪਤੀ ਕਰਾਂਗੇ। ਸਾਰੇ ਚੌਕੜਾ ਮਾਰ ਕੇ ਧਿਆਨ ਜੋੜ ਕੇ 2 ਮਿੰਟ ਆਪਣੇ ਹੀ ਸਵਾਸਾਂ ਦੇ ਉੱਤੇ ਵੇਖਦੇ ਹੋਏ ਸ਼ੁਰੂ ਕਰੋ। ਵਾਹਿਗੁਰੂ
ਵਾਹਿਗੁਰੂ हे अच्युत हे पार ब्रह्म अविनाशी अघनाथ हे पूरन हे सर्व मैं दुख भंजन गुणदास हे संगी हे निरंकार हे निर्गुण सब हे गोविंद हे गुण निधान जाकै सदा मबीता हे अपरंपर हर हरे हरि हो अनहार हे संत कै सदा संग हे दारा आधार हे ठाकुर हों दासरो मैं निर्गुण गुण नहीं कोई नानक दीजै नाम दान राखो हिय करोए आए प्रभ शरणागति कृपा ने दयाल एक अक्षर हर मन भक्त नानक होत निहाल एक ओंकार सतगुरु तेरे प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਆਪ ਜੀ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰ ਰਹੇ ਸੀ। ਭਾਈ ਗੁਰਚਰਨ ਸਿੰਘ ਕਥਾਵਾਚਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡਾ ਪੰਜਾਬ ਵਾਲਿਆਂ ਤੋਂ। ਇਹਨਾਂ ਦਾ ਕੰਟੈਕਟ ਨੰਬਰ ਹੈ 9876533042 9876533042। ਗੁਰਮਤਿ ਵਿਚਾਰਾਂ ਦੇ ਵਿਸ਼ੇ 'ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ